ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਸਪੈਸ਼ਲ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪਲਾਸਟਿਕ ਬੈਨ ਦੇ ਬਾਰੇ। ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਸਟੋਰਾਂ ਦੇ ਵਿੱਚ ਜਾਂਦੇ ਆ ਤੇ ਅਸੀਂ ਪਲਾਸਟਿਕ ਬੈਗ ਭੁੱਲ ਜਾਂਦੇ ਆ, ਜਾਂ ਅਸੀਂ ਉਹ ਚੀਜ਼ ਭੁੱਲ ਜਾਂਦੇ ਆ ਜਿਹਦੇ ਵਿੱਚ ਅਸੀਂ ਗਰੋਸਰੀ ਪਾ ਕੇ ਲੈ ਕੇ ਆਉਣੀ ਹੁੰਦੀ ਹੈ। ਕਈਆਂ ਕੋਲ ਬਾਸਕਟਸ ਹੈਗੀਆਂ ਨੇ, ਕਈਆਂ ਕੋਲ ਰੀਯੂਜ਼ੇਬਲ ਬੈਗ ਹੈਗੇ ਨੇ, ਪਰ ਹੁਣ ਕਈ ਵਾਰ ਅਸੀਂ ਭਾਲਦੇ ਹਾਂ ਕਿ ਸਾਡੇ ਪਲਾਸਟਿਕ ਬੈਗ ਕਿੱਥੇ ਗਏ, ਕਿਉਂਕਿ ਫ੍ਰੀ 'ਚ ਹੁੰਦੇ ਆ। ਦੂਜੇ ਬੈਗ 'ਚ ਕੋਈ $2 ਦਾ ਦੇ ਰਿਹਾ, ਕੋਈ $1 ਦਾ, ਕੋਈ 0.25 ਦਾ ਜਿਹੜਾ ਇਹ ਬੈਗ ਦੇ ਰਿਹਾ ਹੈਗਾ। ਸੋ ਹੁਣ ਇਹ ਬੈਗ ਤਾਂ ਸਟੋਰਾਂ ਦੇ ਵਿੱਚ ਮੋਸਟਲੀ ਬੰਦ ਹੋ ਗਏ ਨੇ, ਪਰ ਲੋਕ ਕੀ ਸੋਚਦੇ ਨੇ, ਰੀਟੇਲ ਸਟੋਰ ਵਾਲੇ ਕੀ ਸੋਚਦੇ ਨੇ, ਅੱਜ ਇਸ ਬਾਰੇ ਗੱਲਬਾਤ ਕਰਾਂਗੇ। ਸਟੋਰ ਦੇ ਉੱਤੇ ਜਾ ਕੇ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਹੋਰ ਚੀਜ਼ਾਂ ਜਿਹੜੀਆਂ ਪਲਾਸਟਿਕ ਬੈਨ ਹੋਏ ਨੇ। ਚਾਹੇ ਅਸੀਂ ਸਟ੍ਰॉ ਦੀ ਗੱਲ ਕਰ ਲਈਏ, ਅਸੀਂ ਪਲਾਸਟਿਕ ਕੱਪਸ ਦੀ ਗੱਲ ਕਰ ਲਈਏ, ਅਸੀਂ ਸਟੇਅਰ ਸਟਿਕਸ ਦੀ ਗੱਲ ਕਰ ਲਈਏ, ਇਹ ਚੀਜ਼ਾਂ ਕਿੰਨੀਆਂ ਕੁ ਬੈਨ ਹੋਈਆਂ ਨੇ। ਆਓ ਚੱਲਦੇ ਹਾਂ, ਗਰਾਊਂਡ ਰਿਐਲਿਟੀ ਦੇਖਦੇ ਹਾਂ ਕਿ ਬੰਦ ਹੋਈਆਂ ਜਾਂ ਅਜੇ ਵੀ ਮਾਰਕੀਟ ਵਿੱਚ ਨੇ, ਕਿਉਂਕਿ ਕੈਨੇਡਾ ਸਰਕਾਰ ਦਸੰਬਰ ਤੋਂ ਬਾਅਦ ਇਹ ਬੈਨ ਲਗਾ ਰਹੀ ਹੈ, ਪਰ ਹੌਲੀ ਹੌਲੀ ਲੋਕ ਯੂਜ਼ ਟੂ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ। ਆਓ ਦੇਖਦੇ ਹਾਂ। ਕੈਨੇਡੀਅਨਸ ਨੂੰ ਜਲਦ ਹੀ ਪਲਾਸਟਿਕ ਦੇ ਲਿਫਾਫਿਆਂ ਅਤੇ ਸਟ੍ਰॉਜ਼ ਵਰਗੀਆਂ ਆਈਟਮਸ ਲਈ ਬਦਲ ਲੱਭਣਾ ਪਵੇਗਾ, ਕਿਉਂਕਿ ਫੈਡਰਲ ਸਰਕਾਰ ਕੁਝ ਸਿੰਗਲ ਯੂਜ਼ ਪਲਾਸਟਿਕ ਆਈਟਮਸ ਤੇ ਪਾਬੰਦੀ ਲਗਾਉਣ ਦੇ ਆਖਰੀ ਪੜਾਅ ਤੇ ਪਹੁੰਚ ਰਹੀ ਹੈ। ਪਲਾਸਟਿਕ ਨੂੰ ਦੁਨੀਆ ਭਰ ਵਿੱਚ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ। ਇਹ ਇੱਕ ਅਜਿਹਾ ਤੱਤ ਹੈ ਜਿਹੜਾ ਆਪਣੇ ਆਪ ਕਦੀ ਵੀ ਖਤਮ ਨਹੀਂ ਹੁੰਦਾ। ਇਹ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਸਾਡੇ ਵਾਤਾਵਰਣ ਵਿੱਚ ਰਹਿ ਸਕਦਾ ਹੈ। ਨਾ ਤਾਂ ਇਸ ਨੂੰ ਜੰਗ ਜਾਂ ਘੁਣ ਲੱਗਦੀ ਹੈ ਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ। ਜੇਕਰ ਇਸ ਨੂੰ ਸਾੜ ਕੇ ਖਤਮ ਕੀਤਾ ਜਾਵੇ ਤਾਂ ਵੀ ਇਸ ਦੇ ਜਲਣ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂਆਂ ਤੇ ਗੈਸਾਂ ਵਾਤਾਵਰਣ ਤੇ ਬੁਰਾ ਪ੍ਰਭਾਵ ਛੱਡਦੇ ਨੇ। ਹਰ ਸਾਲ ਦੁਨੀਆ ਭਰ ਵਿੱਚ ਲਗਭਗ 100 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ 25 ਮਿਲੀਅਨ ਟਨ ਨਾ ਨਸ਼ਟ ਹੋਣ ਯੋਗ ਪਲਾਸਟਿਕ ਵਾਤਾਵਰਣ ਵਿੱਚ ਜਮ੍ਹਾਂ ਹੋ ਰਹੀ ਹੈ। ਇਸ ਕਚਰੇ ਨੂੰ ਟਿਕਾਣੇ ਲਗਾਉਣਾ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਹੈ। ਹੁਣ ਫੈਡਰਲ ਸਰਕਾਰ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਉੱਤੇ ਵੀ ਪਾਬੰਦੀ ਲਗਾਉਣ ਜਾ ਰਹੀ ਹੈ। ਫੈਡਰਲ ਸਰਕਾਰ ਦੇ ਵੱਲੋਂ ਇਸ ਸੰਬੰਧ ਵਿੱਚ ਫਾਈਨਲ ਮਤਾ ਪੇਸ਼ ਕੀਤਾ ਜਾਵੇਗਾ। ਸਰਕਾਰ ਦਾ ਕੈਨੇਡਾ ਵਿੱਚ ਰੀਸਾਈਕਲ ਹੋਏ ਪਲਾਸਟਿਕ ਦੀ ਵੱਡੀ ਮੰਡੀ ਬਣਾਉਣ ਦਾ ਵੀ ਉਦੇਸ਼ ਹੈ ਅਤੇ ਇਸੇ ਸਿਲਸਿਲੇ ਵਿੱਚ ਪਲਾਸਟਿਕ ਆਈਟਮਾਂ ਵਿੱਚ ਰੀਸਾਈਕਲ ਕੀਤੇ ਪਲਾਸਟਿਕ ਦੀ ਇੱਕ ਘੱਟੋ-ਘੱਟ ਮਿਕਦਾਰ ਨੂੰ ਲਾਜ਼ਮੀ ਤੌਰ ਤੇ ਵਰਤਣ ਬਾਬਤ ਵੀ ਯੋਜਨਾ ਉਲੀਕੀ ਜਾ ਰਹੀ ਹੈ। ਲੰਘੇ ਸਾਲ ਦਸੰਬਰ ਵਿੱਚ 6 ਪਲਾਸਟਿਕ ਆਈਟਮਾਂ ਨੂੰ ਬੈਨ ਕਰਨ ਸੰਬੰਧੀ ਡਰਾਫਟ ਨਿਯਮ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਮਹੀਨੇ ਅੰਤਿਮ ਨਿਯਮ ਤੈਅ ਹੋਣ ਤੋਂ ਬਾਅਦ ਸਰਕਾਰ ਵੱਲੋਂ ਨਿਯਮ ਲਾਗੂ ਕਰਨ ਦੇ ਦਰਮਿਆਨ 6 ਮਹੀਨੇ ਦਾ ਵਕਫਾ ਦਿੱਤਾ ਜਾਵੇਗਾ। ਪਲਾਸਟਿਕ ਦੀਆਂ 6 ਆਈਟਮਾਂ ਉੱਤੇ ਪਾਬੰਦੀ ਲਗਾਉਣ ਬਾਰੇ ਡਰਾਫਟ ਦਸੰਬਰ ਵਿੱਚ ਪਬਲਿਸ਼ ਕੀਤਾ ਗਿਆ ਸੀ ਤੇ ਇਸ ਮਹੀਨੇ ਪਬਲਿਸ਼ ਹੋਣ ਜਾ ਰਹੀਆਂ ਫੈਡਰਲ ਰੈਗੂਲੇਸ਼ਨਸ ਤੋਂ ਪਹਿਲਾਂ ਸਰਕਾਰ ਕੋਲ ਇਸ ਮਕਸਦ ਲਈ 6 ਮਹੀਨੇ ਦਾ ਸਮਾਂ ਹੋਣਾ ਜ਼ਰੂਰੀ ਸੀ। ਸ਼ੁਰੂਆਤੀ ਪਾਬੰਦੀ ਨਾਲ 6 ਪਲਾਸਟਿਕ ਆਈਟਮਸ ਹੀ ਪ੍ਰਭਾਵਿਤ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਇਨ੍ਹਾਂ ਵਸਤਾਂ ਨੂੰ ਰੀਸਾਈਕਲ ਕਰਨਾ ਕਾਫੀ ਔਖਾ ਸੀ, ਪਰ ਉਹਨਾਂ ਦੇ ਬਦਲ ਸੁਖਾਲੇ ਉਪਲਬਧ ਹਨ। ਸਰਕਾਰ ਵੱਲੋਂ ਸਿਰਫ 6 ਸਿੰਗਲ ਯੂਜ਼ ਪਲਾਸਟਿਕ ਆਈਟਮਸ ਨੂੰ ਸ਼ੁਰੂਆਤੀ ਬੈਨ ਵਿੱਚ ਸ਼ਾਮਿਲ ਕੀਤਾ ਗਿਆ, ਕਿਉਂਕਿ ਇਹਨਾਂ ਆਈਟਮਸ ਨੂੰ ਰੀਸਾਈਕਲ ਕਰਨਾ ਮੁਸ਼ਕਿਲ ਹੈ, ਪਰ ਇਹਨਾਂ ਦੇ ਆਸਾਨ ਵਿਕਲਪ ਉਪਲਬਧ ਹਨ। ਇਹਨਾਂ ਆਈਟਮਸ ਵਿੱਚ ਸਟਾਇਰੋਫੋਰਮ ਦੇ ਬਣੇ ਟੇਕ ਆਊਟ ਕੰਟੇਨਰ, ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਸਟੀਅਰ ਸਟਿਕ, 6 ਕੈਨਸ ਨੂੰ ਜੋੜਨ ਲਈ ਵਰਤਿਆ ਜਾਣ ਵਾਲਾ ਪਲਾਸਟਿਕ ਰਿੰਗ ਅਤੇ ਪਲਾਸਟਿਕ ਦੀ ਕਟਲਰੀ ਸ਼ਾਮਿਲ ਹੈ। ਸਾਡੀ ਟੀਮ ਦੇ ਵੱਲੋਂ ਸਬਜ਼ੀ ਮੰਡੀ ਦੇ ਸਟੋਰ ਦਾ ਦੌਰਾ ਕੀਤਾ ਗਿਆ, ਜਿੱਥੇ ਇਹ ਬੈਗਸ ਬੰਦ ਕਰ ਦਿੱਤੇ ਗਏ ਹਨ। ਆਓ ਜਾਣਦੇ ਹਾਂ ਕੀ ਕਹਿਣਾ ਇਹਨਾਂ ਦਾ। ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਪਲਾਸਟਿਕ ਦੇ ਬਾਰੇ, ਤੇ ਅੱਜ ਤੁਹਾਨੂੰ ਅਸੀਂ ਸਬਜ਼ੀ ਮੰਡੀ ਲੈ ਕੇ ਆਏ ਹਾਂ, ਜਿੱਥੇ ਕਿ ਬੈਗਸ ਕਾਫੀ ਸਮੇਂ ਤੋਂ ਬੰਦ ਨੇ। ਆਓ ਸਬਜ਼ੀ ਮੰਡੀ ਤੋਂ ਜਾਣਦੇ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਲੋਕ ਹੁਣ ਪਰੇਸ਼ਾਨ ਨੇ ਕਿ ਉਹਨਾਂ ਨੂੰ ਬੈਗ ਨਹੀਂ ਮਿਲ ਰਹੇ। ਉਹਨਾਂ ਨੂੰ ਲੋਕਾਂ ਨੂੰ ਸਮਝਾਉਣ 'ਤੇ ਕਿੰਨਾ ਟਾਈਮ ਲੱਗ ਰਿਹਾ ਤੇ ਲੋਕ ਕਿੰਨੇ ਕੁ ਯੂਜ਼ ਟੂ ਹੋ ਗਏ ਨੇ, ਤੇ ਬਿਜ਼ਨਸ ਨੂੰ ਕੀ ਬੈਨੀਫਿਟ ਹੋਇਆ, ਕੀ ਨੁਕਸਾਨ ਹੋਇਆ। ਗੱਲਬਾਤ ਕਰਾਂਗੇ ਵਿਵੇਕ ਪੁਰੀ ਜੀ ਦੇ ਨਾਲ। ਵਿਵੇਕ ਜੀ, ਸਵਾਗਤ ਹੈ ਜੀ। ਨਮਸਕਾਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਸਬਜ਼ੀ ਮੰਡੀ ਦੇ ਵਿੱਚ। ਇਹ ਜਿਹੜੇ ਪਲਾਸਟਿਕ ਬੈਗ ਦੇ ਇਨਵਾਇਰਮੈਂਟ ਵਾਸਤੇ ਬਿਲਕੁਲ ਹੀ ਅੱਛੇ ਨਹੀਂ ਸੀ ਹੈਗੇ ਪਹਿਲੇ ਵੀ, ਲੇਕਿਨ ਸਿਟੀ ਆਫ ਸਰੀ ਨੇ ਇੰਸਟਰਕਸ਼ਨਸ ਭੇਜੀਆਂ ਸਾਨੂੰ ਕਿ 1 ਜਨਵਰੀ 2022 ਤੋਂ ਇਹ ਇੰਪਲੀਮੈਂਟ ਕੀਤਾ ਜਾਏ ਕਿ ਬੈਗ ਨਾ ਡਿਸਟਰੀਬਿਊਟ ਕਰ ਜਾਏ। ਲੇਕਿਨ ਫਿਰ ਵੀ ਉਹਨਾਂ ਨੇ ਸਾਨੂੰ ਇੱਕ ਰਿਲੈਕਸੇਸ਼ਨ ਪੀਰੀਅਡ ਦਿੱਤਾ ਕਿ ਜਿਹੜਾ ਵੀ ਤੁਹਾਡੇ ਕੋਲ ਆਪਣੇ ਕੋਲ ਸਟਾਕ ਹੈਗਾ ਉਹ ਤੁਸੀਂ ਯੂਜ਼ ਕਰ ਸਕਦੇ ਟਿਲ ਦੇ ਐਂਡ। ਇਹ ਜਿਹੜੇ ਬੈਗਸ ਹੈਗੇ ਨੇ ਇਨਵਾਇਰਮੈਂਟ ਵਾਸਤੇ ਬਿਲਕੁਲ ਹੀ ਠੀਕ ਨਹੀਂ ਹੈਗੇ। ਮੈਂ ਰਿਕੁਐਸਟ ਕਰਦਾ ਸਾਰੇ ਹੀ ਕਸਟਮਰਸ ਨੂੰ ਕਿ ਆਪਣੇ ਰੀਯੂਜ਼ੇਬਲ ਬੈਗ ਆਪਣੇ ਨਾਲ ਲੈ ਕੇ ਆਉਣ। ਅਦਰਵਾਈਜ਼ ਸਾਡੇ ਕੋਲ ਰੀਯੂਜ਼ੇਬਲ ਬੈਗ ਹੈਗੇ ਆ, ਦੇ ਕੈਨ ਬੀ ਯੂਜ਼ਡ ਮਲਟੀਪਲ ਟਾਈਪ, ਅਤੇ ਇਹਦੇ ਵਾਸਤੇ
ਮੈਂ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਕਿ ਆਪਣੇ ਰੀਯੂਜ਼ੇਬਲ ਬੈਗ ਨਾਲ ਲੈ ਕੇ ਆਉਣ। ਵਿਵੇਕ ਜੀ, ਜਿੱਦਾਂ ਤੁਸੀਂ ਦੱਸਿਆ ਕਿ 1 ਤਰੀਕ ਤੋਂ 1 ਜਨਵਰੀ ਤੋਂ ਸਿਟੀ ਆਫ ਸਰੀ ਨੇ ਕਹਿ ਦਿੱਤਾ ਹੈ, ਪਰ ਕੈਨੇਡਾ ਦੇ ਵਿੱਚ ਹਜੇ ਇਸ ਸਾਲ ਦੇ ਐਂਡ ਤੱਕ ਜਿਹੜੇ ਨੇ ਉਹ ਬੰਦ ਹੋਣੇ ਨੇ, ਬੈਨ ਹੋਣੇ ਨੇ। ਉਸ ਟਾਈਮ ਤੋਂ ਪਹਿਲਾਂ ਹੀ ਸਾਰੇ ਯੂਜ਼ ਟੂ ਹੋ ਜਾਣ, ਇਸੇ ਕਰਕੇ ਜਿਹੜਾ ਰਿਲੈਕਸੇਸ਼ਨ ਪੀਰੀਅਡ ਦਿੱਤਾ ਗਿਆ, ਚਾਹੇ ਸਿਟੀ ਦੇ ਵੱਲੋਂ ਆ ਚਾਹੇ ਫੈਡਰਲ ਗਵਰਨਮੈਂਟ ਦੇ ਵੱਲੋਂ ਆ। ਲੋਕ ਕਿੰਨੇ ਕੁ ਯੂਜ਼ ਟੂ ਹੋਏ ਨੇ? ਲੋਕ ਬੜੇ, ਜਿਸ ਤਰ੍ਹਾਂ ਕਸਟਮਰ ਸਾਡੇ ਕੋਲ ਆਉਂਦੇ ਨੇ, ਜਦੋਂ ਹੁਣ ਆਲ ਆਫ ਦਾ ਸਡਨ ਕਿਹਾ ਜਾਂਦਾ ਕਿ ਸਾਡੇ ਕੋਲ ਤਾਂ ਬੈਗ ਨਹੀਂ ਹੈਗੇ, ਜਿਹੜੇ ਪਲਾਸਟਿਕ ਦੇ ਬੈਗ ਅਸੀਂ ਪਹਿਲੇ ਦਿੰਦੇ ਸੀ, ਸਮ ਟਾਈਮ ਉਹ ਕੁਝ ਥੋੜ੍ਹੇ ਜਿਹੇ ਨਾਈਟ ਹੁੰਦੇ, ਲੇਕਿਨ ਮੈਕਸਿਮਮ ਮੋਸਟਲੀ ਜਿਹੜੀ ਵੀ ਹੈਗੇ ਉਹ ਅੰਡਰਸਟੈਂਡ ਕਰਦੇ ਆ ਕਿ ਅਗਰ ਗਵਰਨਮੈਂਟ ਨੇ ਅਨਾਉਂਸ ਕੀਤਾ ਤਾਂ ਦੈਟ ਕੈਨ ਬੀ ਸਮਥਿੰਗ ਰਾਈਟ। ਕੁਝ ਆਪਣੇ ਨਾਲ ਰੀਯੂਜ਼ੇਬਲ ਬੈਗ ਲੈ ਕੇ ਆਉਂਦੇ, ਫਿਰ ਕਈ ਭੁੱਲ ਜਾਂਦੇ ਆ, ਤੇ ਫਿਰ ਅਸੀਂ ਉਹਨਾਂ ਨੂੰ ਇੱਥੇ ਪ੍ਰੋਵਾਈਡ ਕਰਦੇ ਆ। ਸਾਡੇ ਕੋਲ ਕਾਫੀ ਮਾਤਰਾ 'ਚ ਸਟਾਕ ਹੈਗਾ। ਬਿਲਕੁਲ, ਇੱਥੇ ਡਿਫਰੈਂਟ ਤਰ੍ਹਾਂ ਦੇ ਬੈਗਸ ਹੈਗੇ ਜਿਹੜੇ ਤੁਸੀਂ, ਜੇ ਸਬਜ਼ੀ ਮੰਡੀ ਕੋਈ ਬਾਏ ਕਰਨ ਆਉਂਦਾ, ਕੋਈ ਕਸਟਮਰ ਆਉਂਦਾ, ਤੇ ਉਹਨਾਂ ਦੇ ਕੋਲ ਡਿਫਰੈਂਟ ਤਰ੍ਹਾਂ ਦੇ ਬੈਗਸ ਦੀ ਚੋਇਸ ਹੈਗੀ? ਨਹੀਂ, ਅਸੀਂ ਆਪਣੇ ਨਾਮ ਦੇ ਨਾਲ, ਅਗਰ ਤੁਸੀਂ ਇਹ ਦੇਖੋ ਤੇ ਅਸੀਂ ਇੱਕ ਬਹੁਤ ਹੀ ਸੋਲਿਡ ਬੈਗ ਹੈਗਾ, ਇਹਦੇ 'ਚ ਜਿੰਨਾ ਮਰਜ਼ੀ ਤੁਸੀਂ ਭਾਰ ਪਾ ਸਕਦੇ ਹੋ, ਜਿੰਨਾ ਦੀ ਕੈਪੈਸਿਟੀ ਹੈਗੀ ਹੈ, ਤੇ ਬਹੁਤ ਸੋਲਿਡ ਹੈਗਾ ਤੇ ਬੜੇ ਰੀਜ਼ਨੇਬਲ ਪ੍ਰਾਈਸ ਤੇ ਹੈਗਾ। ਮੈਂ ਨਹੀਂ ਸਮਝਦਾ ਕਿ ਕਸਟਮਰ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋਏਗੀ ਕਿ ਜਿਹਨੇ ਅਗਰ $100 ਜਾਂ $50 ਦੀ ਗਰੋਸਰੀ ਲਈ ਆ, ਇਟਸ ਅ ਸਮਾਲ ਕਾਈਂਡ ਆਫ ਅ ਥਿੰਗ। ਬੈਗ ਰੀਯੂਜ਼ੇਬਲ ਹੈਗਾ, ਮਲਟੀਪਲ ਟਾਈਮ ਯੂਜ਼ ਕਰ ਸਕਦੇ ਨੇ, ਦੇ ਆਰ ਬੈਨੀਫਿਟਡ ਟੂ ਯੂ। ਬਿਲਕੁਲ, ਇੱਕ ਇਕੱਲਾ ਸਬਜ਼ੀ ਮੰਡੀ ਆਉਣ ਦੇ ਲਈ ਨਹੀਂ, ਹੋਰ ਚੀਜ਼ਾਂ ਦੇ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ। ਸੋ ਇਹ ਪਲੱਸ ਪੁਆਇੰਟ ਹੋ ਸਕਦਾ ਹੈ। ਸੋ ਅਸੀਂ ਸਾਰੇ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਸਰਕਾਰ ਦਾ ਕਹਿਣਾ ਮੰਨ ਕੇ ਜਿਹੜੇ ਪਲਾਸਟਿਕ ਬੈਗ ਆ ਉਹ ਪਲਾਸਟਿਕ ਕੀਤੇ ਨੇ ਤੇ ਇਹ ਬੈਗ ਲੈ ਕੇ ਆਉਂਦੇ ਨੇ। ਵਿਊਅਰਸ ਨੂੰ ਕੀ ਮੈਸੇਜ ਆ ਜਿਹੜੇ ਅਜੇ ਵੀ ਪਲਾਸਟਿਕ ਯੂਜ਼ ਕਰ ਰਹੇ ਨੇ? ਮੈਂ ਸਾਰੇ ਵਿਊਅਰਸ ਨੂੰ ਮੈਂ ਇੱਕ ਰਿਕੁਐਸਟ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲਾਸਟਿਕ ਦੇ ਬੈਗ ਜਿੰਨੀ ਜਲਦੀ ਉਹ ਛੱਡ ਦੇਣ ਤਾਂ ਬਹੁਤ ਵਧੀਆ ਰਹੂਗਾ, ਕਿਉਂਕਿ ਇਨਵਾਇਰਨਮੈਂਟ ਇਹਦੇ ਨਾਲ ਥੋੜ੍ਹਾ ਜਿਹਾ ਕਲੀਨਨੈਸ ਆਏਗੀ, ਸਾਰਾ ਕੁਝ ਸਾਰੀ ਜਗ੍ਹਾ ਹੀ ਠੀਕ ਹੋਊਗਾ ਤੇ ਬੈਨੀਫਿਟ, ਇਨਵਾਇਰਨਮੈਂਟ ਠੀਕ ਹੈ ਤਾਂ ਤੁਹਾਡੀ ਸਿਹਤ ਠੀਕ ਹੈ, ਸਿਹਤ ਠੀਕ ਹੈ ਤਾਂ ਤੁਸੀਂ ਠੀਕ ਹੋ। ਤੋ ਦੈਟਸ ਆਲ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਆਯੁਸ਼ ਜੀ, ਥੈਂਕ ਯੂ। ਸਾਲ 2019 ਵਿੱਚ ਦ ਗ੍ਰੇਟ ਕੈਨੇਡੀਅਨ ਸ਼ੋਰਲਾਈਨ ਕਲੀਨਅਪ ਪ੍ਰੋਜੈਕਟ ਅਧੀਨ ਕੈਨੇਡਾ ਦੇ ਕਰੀਬ 4000 ਕਿਲੋਮੀਟਰ ਤੱਕ ਫੈਲੇ ਤੱਟਾਂ ਤੋਂ 1,63,000 ਕਿਲੋ ਤੋਂ ਵੱਧ ਦਾ ਪਲਾਸਟਿਕ ਕੂੜਾ ਹਟਾਇਆ ਗਿਆ ਸੀ। ਇਸ ਵਿੱਚ 12000 ਪਲਾਸਟਿਕ ਬੋਤਲਾਂ, 12480 ਸਟ੍ਰॉ ਅਤੇ ਕਰੀਬ 17000 ਪਲਾਸਟਿਕ ਬੈਗ ਸ਼ਾਮਲ ਸਨ। ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ 2019 ਵਿੱਚ ਕੈਨੇਡਾ ਵਿੱਚ 15.5 ਬਿਲੀਅਨ ਪਲਾਸਟਿਕ ਦੇ ਲਿਫਾਫੇ, 4.5 ਬਿਲੀਅਨ ਪਲਾਸਟਿਕ ਕਟਲਰੀ ਦੇ ਪੀਸ, 3 ਬਿਲੀਅਨ ਸਟੇਅਰ ਸਟਿਕਸ, 5.8 ਬਿਲੀਅਨ ਸਟ੍ਰॉ, 183 ਮਿਲੀਅਨ ਪਲਾਸਟਿਕ ਰਿੰਗ ਅਤੇ 805 ਮਿਲੀਅਨ ਟੇਕ ਆਊਟ ਕੰਟੇਨਰ ਵੇਚੇ ਗਏ ਸਨ। ਨਿਊਫਿਲੈਂਡ ਐਂਡ ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ ਨੇ ਪਲਾਸਟਿਕ ਬੈਗਸ ਨੂੰ ਰੋਕਣ ਲਈ ਆਪਣੇ ਖੁਦ ਦੇ ਨਿਯਮ ਬਣਾਏ ਹੋਏ ਹਨ। ਇਸੇ ਤਰ੍ਹਾਂ ਰਜ਼ਾਇਨਾ ਅਤੇ ਮੌਂਟਰੀਅਲ ਸ਼ਹਿਰਾਂ ਨੇ ਵੀ ਲਿਫਾਫਿਆਂ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸੇ ਤਰ੍ਹਾਂ ਸਰੀ ਦੇ ਵਿੱਚ ਵੀ ਲਿਫਾਫਿਆਂ ਤੇ ਪਾਬੰਦੀ ਲੱਗ ਗਈ ਹੈ। ਭਲਾ 1 ਜਨਵਰੀ ਨੂੰ ਇਹ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਥੋੜ੍ਹਾ ਰਿਲੈਕਸੇਸ਼ਨ ਪੀਰੀਅਡ ਜ਼ਰੂਰ ਦਿੱਤਾ ਗਿਆ ਸੀ ਕਿ ਜੇ ਤੁਹਾਡੇ ਕੋਲ ਪਲਾਸਟਿਕ ਦੇ ਲਿਫਾਫੇ ਹਨ ਤਾਂ ਤੁਸੀਂ ਉਹਨਾਂ ਨੂੰ ਵਰਤ ਕੇ ਤੇ ਉਸ ਤੋਂ ਬਾਅਦ ਰੀਸਾਈਕਲ ਰੀਯੂਜ਼ੇਬਲ ਬੈਗ ਵੇਚ ਸਕਦੇ ਹੋ ਤੇ ਉਹਨਾਂ ਦੇ ਉੱਤੇ ਕਿਸੇ ਦੇ 25 ਸੈਂਟ, $1, $2 ਕੀਮਤ ਰੱਖੀ ਗਈ ਹੈ। ਕਸਟਮਰਸ ਦਾ ਕੀ ਰਿਐਕਸ਼ਨ ਹੈ, ਆਓ ਦੇਖਦੇ ਹਾਂ। ਪਲਾਸਟਿਕ ਦੇ ਬੈਗ ਬੰਦ ਹੋਣ ਨੂੰ ਜਿੱਥੇ ਦੁਕਾਨਦਾਰ ਵਧੀਆ ਫੈਸਲਾ ਮੰਨ ਰਹੇ ਨੇ, ਉੱਥੇ ਖਰੀਦਦਾਰਾਂ ਤੋਂ ਪੁੱਛਦੇ ਹਾਂ ਕਿ ਉਹ ਕਿਸ ਤਰ੍ਹਾਂ ਫੀਲ ਕਰਦੇ ਨੇ। ਮੇਰੇ ਨਾਲ ਨੇ ਟੋਨੀ ਗਿੱਲ ਜੀ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਪਲਾਸਟਿਕ ਦੇ ਬੈਗ ਬੰਦ ਹੋ ਗਏ ਨੇ ਤੇ ਹੁਣ ਤੁਹਾਨੂੰ ਰੀਯੂਜ਼ੇਬਲ ਬੈਗ ਬਾਏ ਕਰਨੇ ਪੈਂਦੇ ਸਟੋਰਾਂ ਤੋਂ। ਤੁਹਾਨੂੰ ਇਸ ਫੈਸਲੇ ਨਾਲ ਕਿੰਨਾ ਕੁ ਫਾਇਦਾ ਹੋਇਆ ਜਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਸੀ? ਬਿਲਕੁਲ ਜੀ, ਇਹ ਬਹੁਤ ਵਧੀਆ ਫੈਸਲਾ ਹੈ। ਦੇਖੋ, ਇੰਡੀਆ ਵੀ ਪਹਿਲਾਂ ਬਹੁਤ ਬੰਦ ਕੀਤੇ ਸੀਗੇ ਤੇ ਇੱਥੇ ਵੀ ਹੁਣ ਇਹ ਹੋਇਆ ਤੇ ਵਧੀਆ ਗੱਲ ਹੈ। ਮਿਲਦੇ ਪਹਿਲਾਂ ਦੂਜੇ ਮਿਲਦੇ ਸੀਗੇ, ਪਰ ਇਹ ਲੋਕੀ ਖਰੀਦਦੇ ਨਹੀਂ ਸੀ। 25 ਸੈਂਟ ਲੱਗਦੇ ਕਾਹਦੋਂ ਦੇਣੇ ਆ, ਹੈ ਨਾ। ਪਰ ਹੁਣ ਵਧੀਆ ਗੱਲ ਹੈ, ਐਨਵਾਇਰਨਮੈਂਟ ਵਾਸਤੇ ਵੀ ਵਧੀਆ ਗੱਲ ਹੈ ਤੇ ਬੈਟਰ ਹੈ ਕਿ ਲੈ ਲੈਣੇ ਚਾਹੀਦੇ ਆ। ਕਿੰਨਾ ਕੁ ਫਰਕ ਪੈਂਦਾ? ਕੋਈ ਖਾਸ ਫਰਕ ਨਹੀਂ ਪੈਂਦਾ ਤੇ ਇਹ ਨਾਲ ਸਾਰਾ ਸਾਡਾ ਵਾਤਾਵਰਨ ਵਧੀਆ ਰਹਿੰਦਾ। ਅੱਛਾ, ਮੈਂ ਦੇਖਿਆ ਕਿ ਬਹੁਤ ਸਾਰੇ ਖਰੀਦਦਾਰ ਲੜਦੇ ਵੀ ਨੇ ਕਿ ਤੁਸੀਂ 25 ਸੈਂਟ ਮਹਿੰਗਾ ਲਾਉਂਦੇ ਆ ਜਾਂ ਤੁਸੀਂ ਪੇਪਰ ਬੈਗ ਦਿੰਦੇ ਆ। ਸੋ ਉਹ ਕਹਿੰਦੇ ਆ ਕਿ ਸਾਨੂੰ ਦੂਜੇ ਬੈਗ ਹੀ ਚਾਹੀਦੇ ਆ ਜਿਹੜੇ ਫ੍ਰੀ ਵਾਲੇ ਹੈਗੇ ਆ। ਤੁਸੀਂ ਉਸ ਚੀਜ਼ ਨਾਲ ਸਹਿਮਤ ਹੋ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਕੋਈ ਐਵੇਂ 25 ਸੈਂਟ ਨਾਲ ਕਿੰਨੀ ਕੁ ਗੱਲ ਹੁੰਦੀ ਹੈ। ਉਹ ਤਾਂ ਉਸੇ 'ਚ ਹੀ ਗਿਣਿਆ ਜਾਂਦਾ, ਐਡਾ ਕੋਈ ਖਾਸ ਗੱਲ ਨਹੀਂ ਹੁੰਦੀ। ਇਹ ਤਾਂ ਐਵੇਂ ਆਪਣੀ ਸੋਚਣੀ ਹੈ। ਮੈਨੂੰ ਨਹੀਂ ਲੱਗਦਾ ਕੋਈ ਇਹ 'ਚ ਮਾੜੀ ਗੱਲ ਹੈ। ਸੋ ਕੀ ਕਹੋਗੇ ਜੀ ਵਿਊਅਰਸ ਨੂੰ ਕਿ ਰੀਯੂਜ਼ੇਬਲ ਬੈਗ ਜਿਹੜੇ ਨੂੰ ਕਾਰਾਂ 'ਚ ਰੱਖਣੇ ਚਾਹੀਦੇ ਨੇ? ਕਿਉਂਕਿ ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਹਾਂ। ਨਹੀਂ, ਆਪਦੇ ਟਰੰਕ 'ਚ ਰੱਖੋ, ਤੁਸੀਂ ਡਿੱਗੀ 'ਚ ਰੱਖ ਲਿਓ। ਮੈਂ ਤਾਂ ਇਵੇਂ ਹੀ ਕਰਦਾ ਹੁੰਦਾ, ਡਿੱਗੀ 'ਚ ਰੱਖ ਲਈਦਾ, ਲੋੜ ਹੀ ਨਹੀਂ ਪੈਂਦੀ ਇੱਥੇ ਕਿ ਯਾਦ ਆਏ ਨਾ ਕੱਢ ਲਈਦਾ। ਤੇ ਵਧੀਆ, ਮੈਂ ਇਹਨਾਂ ਨੂੰ ਲੈਣੇ ਚਾਹੀਦੇ ਸਾਰਿਆਂ ਨੂੰ।
ਕੁੱਲ ਮਿਲਾ ਕੇ ਦੇਖੀਏ ਤਾਂ ਪਲਾਸਟਿਕ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਪਲਾਸਟਿਕ ਦੇ ਲਿਫਾਫੇ ਹਨ, ਕਿਉਂਕਿ ਪਲਾਸਟਿਕ ਦਾ ਬਾਕੀ ਸਮਾਨ ਤਾਂ ਅਸੀਂ ਫਿਰ ਵੀ ਥੋੜੇ ਸਮੇਂ ਤੱਕ ਵਰਤੋਂ ਵਿੱਚ ਲਿਆਉਂਦੇ ਹਾਂ, ਪਰ ਲਿਫਾਫਿਆਂ ਨੂੰ ਤਾਂ ਇੱਕ ਵਾਰ ਵਰਤ ਕੇ ਮੁੜ ਸੁੱਟ ਦਿੱਤਾ ਜਾਂਦਾ ਹੈ। ਅੱਜ ਹਾਲਾਤ ਇਹ ਹਨ ਕਿ ਬਾਜ਼ਾਰਾਂ ਵਿੱਚ ਵਿਕਣ ਵਾਲੇ ਹਰ ਛੋਟੇ ਵੱਡੇ ਸਮਾਨ ਲਈ ਦੁਕਾਨਦਾਰਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਕੁਝ ਰੀਟੇਲਰਸ ਨੇ ਪਹਿਲਾਂ ਹੀ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਸਾਡੀ ਟੀਮ ਦੇ ਵੱਲੋਂ ਇੱਕ ਰੈਸਟੋਰੈਂਟ ਨੂੰ ਵਿਜ਼ਿਟ ਕੀਤਾ ਗਿਆ। ਕੈਫੇ ਵਿਜ਼ਿਟ ਕਰਦੇ ਸਮੇਂ ਦੇਖਿਆ ਗਿਆ ਕਿ ਉੱਥੇ ਸਟ੍ਰॉ ਅਜੇ ਵੀ ਮਿਲ ਰਹੇ ਨੇ, ਕੀ ਸਟੇਟਿਸਟਿਕਸ ਅਜੇ ਵੀ ਮਿਲ ਰਹੀਆਂ ਨੇ। ਗੱਲਬਾਤ ਦੇ ਦੌਰਾਨ ਉਹਨਾਂ ਦੱਸਿਆ ਕਿ ਅਜੇ ਜਿਹੜੇ ਪਹਿਲਾਂ ਵਾਲਾ ਸਟਾਕ ਹੈ ਉਸ ਨੂੰ ਯੂਜ਼ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਬਦਲਣ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪਲਾਸਟਿਕ ਦੀ ਜਗ੍ਹਾ ਦੇ ਉੱਤੇ ਪੇਪਰ ਸਟ੍ਰॉ ਵਰਤੇ ਜਾਣਗੇ। ਪਲਾਸਟਿਕ ਪੋਲਿਊਸ਼ਨ ਇੱਕ ਬੜੀ ਵੱਡੀ ਸਮੱਸਿਆ ਬਣ ਰਿਹਾ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ 2022 ਦੇ ਅੰਤ ਤੱਕ ਪਲਾਸਟਿਕ ਦੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲੱਗੇਗੀ, ਜਿਵੇਂ ਕਿ ਸਟ੍ਰॉਜ਼ ਦੀ ਗੱਲ ਕੀਤੀ ਗਈ ਹੈ, ਜਿਸ ਤਰ੍ਹਾਂ ਦੇ ਨਾਲ ਅਸੀਂ ਸਟੀਅਰਿੰਗ ਸਟਿਕਸ ਦੀ ਗੱਲ ਕੀਤੀ ਹੈ। ਉਹਨਾਂ ਚੀਜ਼ਾਂ ਦੇ ਬਦਲ ਵੀ ਰੈਸਟੋਰੈਂਟਸ ਨੂੰ ਲੱਭਣੇ ਹੋਣਗੇ ਕਿ ਕੀ ਬਦਲ ਹੋ ਸਕਦੇ ਨੇ। ਕਈ ਰੈਸਟੋਰੈਂਟਸ ਦੇ ਵਿੱਚ ਪਲਾਸਟਿਕ ਦੀ ਥਾਂ ਦੇ ਉੱਤੇ ਕਾਗਜ਼ ਦੇ ਸਟ੍ਰॉ ਵਰਤਣ ਲੱਗ ਪਏ ਨੇ। ਕਈਆਂ ਨੇ ਹੁਣ ਤੁਸੀਂ ਦੇਖਿਆ ਕਿ ਲਿਡ ਉਸ ਤਰ੍ਹਾਂ ਦੇ ਬਣਾ ਦਿੱਤੇ ਨੇ ਕਿ ਸਟ੍ਰॉ ਦੀ ਜ਼ਰੂਰਤ ਹੀ ਨਾ ਪਵੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਲਾਸਟਿਕ ਦੇ ਗਿਲਾਸ ਨੇ, ਕੀ ਉਹਨਾਂ ਦੇ ਬਦਲ ਵੀ ਲਿਆਂਦੇ ਜਾਣਗੇ? ਕੀ ਉਹ ਵੀ ਪਲਾਸਟਿਕ ਦੀ ਜਗ੍ਹਾ ਦੇ ਉੱਤੇ ਕਾਗਜ਼ ਦੇ ਗਿਲਾਸ ਸਾਨੂੰ ਦੇਖਣ ਨੂੰ ਮਿਲਣਗੇ? ਆਉਣ ਵਾਲੇ ਸਮੇਂ ਦੇ ਵਿੱਚ ਰੈਸਟੋਰੈਂਟ ਕਿਹੜੇ ਬਦਲ ਲੈ ਕੇ ਆਉਂਦੇ ਆ, ਇਹ ਵੀ ਦੇਖਣਾ ਹੋਵੇਗਾ। ਕਈ ਰੀਟੇਲਰਸ ਨੇ ਲਿਫਾਫੇ ਬੰਦ ਕਰ ਦਿੱਤੇ। 2020 ਵਿੱਚ ਹੀ ਸਿੰਗਲ ਯੂਜ਼ ਪਲਾਸਟਿਕ ਦੇ ਬੈਗ ਬੰਦ ਹੋਣੇ ਸ਼ੁਰੂ ਹੋ ਗਏ ਸਨ। ਲੰਘੇ ਅਪ੍ਰੈਲ ਮਹੀਨੇ ਵਿੱਚ ਵਾਲਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਪਲਾਸਟਿਕ ਦੇ ਬੈਗ ਬੰਦ ਕਰ ਦਿੱਤੇ ਸਨ ਤੇ ਉਸ ਤੋਂ ਬਾਅਦ ਹਰ ਰੀਟੇਲ ਸਟੋਰ, ਗਰੋਸਰੀ ਸਟੋਰ ਦੇ ਉੱਤੇ ਪਲਾਸਟਿਕ ਬੈਗ ਬੰਦ ਹਨ। ਬਹੁਤ ਸਾਰੇ ਰੈਸਟੋਰੈਂਟਸ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ ਪਲਾਸਟਿਕ ਸਟ੍ਰॉ ਦੀ ਥਾਂ ਕਾਗਜ਼ ਦੇ ਸਟ੍ਰॉ ਦਿੱਤੇ ਜਾ ਰਹੇ ਹਨ। ਪਲਾਸਟਿਕ ਪ੍ਰਦੂਸ਼ਣ ਦਾ ਦੂਜਾ ਕਾਰਨ ਡਿਸਪੋਜ਼ੇਬਲ ਬਰਤਨ ਵੀ ਹਨ। ਅੱਜ-ਕੱਲ੍ਹ ਧਾਰਮਿਕ, ਸਮਾਜਿਕ, ਪਰਿਵਾਰਕ ਪ੍ਰੋਗਰਾਮ ਸਮੇਂ ਖਾਣ ਪੀਣ ਦੇ ਲਈ ਪਲਾਸਟਿਕ ਦੇ ਬਰਤਨ ਵਰਤੇ ਜਾਂਦੇ ਹਨ। ਤੀਜਾ, ਮਾਈਕ੍ਰੋਵੇਵ ਵਿੱਚ ਖਾਣਾ ਗਰਮ ਕਰਨ ਲਈ ਖਾਸ ਬਰਤਨਾਂ ਦੀ ਲੋੜ ਪੈਂਦੀ ਹੈ। ਇਹਨਾਂ ਕੰਟੇਨਰਸ ਉੱਤੇ ਸਾਫ਼ ਲਿਖਿਆ ਹੁੰਦਾ ਹੈ ਕਿ ਮਾਈਕ੍ਰੋਵੇਵ ਸੇਫ ਹੋਣ ਦੀ ਗਰੰਟੀ ਨਹੀਂ। BPA ਵਾਲੇ ਕੰਟੇਨਰ ਦਾ ਪਲਾਸਟਿਕ ਹੌਲੀ-ਹੌਲੀ ਖਾਣੇ ਵਿੱਚ ਘੁਲਦਾ ਰਹਿੰਦਾ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਮਿਲਦਾ ਹੈ। ਇਹਨਾਂ ਦੀ ਵਰਤੋਂ ਦੀ ਬਜਾਏ ਤੁਸੀਂ ਮੋਟੇ ਕੱਚ ਵਾਲੇ ਜਾਂ ਚੀਨੀ ਦੇ ਭਾਂਡਿਆਂ ਦੀ ਵਰਤੋਂ ਕਰ ਸਕਦੇ ਹੋ। ਚੌਥਾ ਤੇ ਮਹੱਤਵਪੂਰਨ ਕਾਰਨ ਪੀਣ ਵਾਲੇ ਪਾਣੀ ਦੀ ਪਲਾਸਟਿਕ ਦੀ ਬੋਤਲ ਹੈ। ਦੁਨੀਆ ਦੇ ਦੇਸ਼ਾਂ ਵਿੱਚ ਬੰਦ ਬੋਤਲਾਂ ਦਾ ਪਾਣੀ ਬਣਾਉਣ ਵਾਲੀਆਂ ਕੰਪਨੀਆਂ ਕਈ ਡਾਲਰ ਦਾ ਸਾਲਾਨਾ ਵਪਾਰ ਕਰਦੀਆਂ ਨੇ। ਇਹਨਾਂ ਪਾਣੀ ਦੀਆਂ ਬੋਤਲਾਂ ਵਿੱਚ ਪਲਾਸਟਿਕ ਦੇ ਸੂਖਮ ਕਣ ਅਤੇ ਮਨੁੱਖਾਂ ਲਈ ਹੋਰ ਨੁਕਸਾਨਦੇਹ ਤੱਤ ਮੌਜੂਦ ਹੁੰਦੇ ਹਨ। ਇੱਕ ਜਾਂਚ ਦੌਰਾਨ 93% ਨਮੂਨਿਆਂ ਵਿੱਚ ਪਲਾਸਟਿਕ ਪਾਈ ਗਈ। ਪਤਾ ਲੱਗਿਆ ਜੋ ਵਿਅਕਤੀ ਇੱਕ ਦਿਨ ਵਿੱਚ 1 ਲੀਟਰ ਬੰਦ ਬੋਤਲ ਦਾ ਪਾਣੀ ਪੀਂਦਾ ਹੈ, ਉਹ ਪ੍ਰਤੀ ਸਾਲ ਪਲਾਸਟਿਕ ਦੇ 10,000 ਤੱਕ ਸੂਖਮ ਕਣ ਆਪਣੇ ਸਰੀਰ ਦੇ ਵਿੱਚ ਜਬ ਕਰ ਲੈਂਦਾ ਹੈ। ਇੱਕ ਹੋਰ ਖੋਜ ਅਨੁਸਾਰ ਪਲਾਸਟਿਕ ਦੇ ਕਿਸੇ ਵੀ ਬਰਤਨ ਵਿੱਚ ਤਰਲ ਜਾਂ ਠੋਸ ਗਰਮ ਪਦਾਰਥ ਰੱਖਣ ਨਾਲ ਹੋਰ ਵੀ ਖਤਰਨਾਕ ਰਸਾਇਣ ਪੈਦਾ ਹੁੰਦੇ ਹਨ ਅਤੇ ਖਾਣ ਪੀਣ ਦੀਆਂ ਵਸਤਾਂ ਵਿੱਚ ਚਲੇ ਜਾਂਦੇ ਹਨ। ਸਾਡੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਇੰਨੀ ਹੋਣ ਲੱਗ ਗਈ ਹੈ ਕਿ ਹੌਲੀ-ਹੌਲੀ ਇਹ ਸਾਡੇ ਲਈ ਜਾਨਲੇਵਾ ਬਣ ਰਿਹਾ ਹੈ। ਪਲਾਸਟਿਕ ਦੀਆਂ ਵਸਤੂਆਂ ਨੇ ਸਹੂਲਤਾਂ ਵਿੱਚ ਜ਼ਰੂਰ ਵਾਧਾ ਕੀਤਾ ਹੈ, ਪਰ ਇਸ ਦੇ ਨੁਕਸਾਨਾਂ ਦੇ ਮੱਦੇਨਜ਼ਰ ਪਲਾਸਟਿਕ ਦੀ ਵਰਤੋਂ ਵਿਰੁੱਧ ਪ੍ਰਭਾਵਸ਼ਾਲੀ ਕਦਮ ਉਠਾਉਣ ਦੀ ਲੋੜ ਹੈ। ਭਾਰਤ ਦੇ ਵਿੱਚ ਪਲਾਸਟਿਕ ਤੇ ਪਾਬੰਦੀ ਲੱਗੀ ਹੈ ਤੇ ਕੈਨੇਡਾ ਦੇ ਵਿੱਚ ਵੀ ਪਲਾਸਟਿਕ ਦਸੰਬਰ ਤੋਂ ਬਾਅਦ ਬੈਨ ਹੋ ਜਾਣਾ। ਇਸ ਤੋਂ ਪਹਿਲਾਂ ਲੋਕ ਯੂਜ਼ ਟੂ ਹੋ ਜਾਣ, ਥੋੜ੍ਹੀਆਂ ਬਹੁਤ ਚੀਜ਼ਾਂ ਦੇ ਉੱਤੇ ਬੈਨ ਲੱਗਣਾ ਸ਼ੁਰੂ ਹੋ ਗਿਆ। ਸਟ੍ਰॉ ਅਜੇ ਵੀ ਮਾਰਕੀਟ ਦੇ ਵਿੱਚ ਨੇ, ਪਰ ਹੌਲੀ-ਹੌਲੀ ਜਿੰਨੇ ਪਏ ਆ ਸਟਾਕ ਦੇ ਵਿੱਚ ਉਹ ਜਦੋਂ ਖਤਮ ਹੋ ਜਾਣਗੇ ਉਸ ਤੋਂ ਬਾਅਦ ਪਲਾਸਟਿਕ ਦੇ ਸਟ੍ਰॉ ਆ ਜਾਣਗੇ। ਸਟਿਕਸ ਦਾ ਬਦਲ ਲੱਭ ਲਿਆ ਜਾਊਗਾ, ਕੱਪਸ ਦਾ ਬਦਲ ਜਿਹੜਾ ਲੱਭ ਲਿਆ ਜਾਊਗਾ। ਪਰ ਕੀ ਤੁਸੀਂ ਤਿਆਰ ਆ ਇਸ ਬਦਲ ਨੂੰ ਲੈ ਕੇ? ਕੀ ਅਸੀਂ ਲੈ ਕੇ ਜਾਂਦੇ ਹਾਂ ਪਲਾਸਟਿਕ ਬੋਟਲਸ ਜਦੋਂ ਕਿਤੇ ਜਾਣਾ ਹੋਵੇ? ਕੀ ਅਸੀਂ ਕਟਲਰੀ ਘਰੇ ਉਹ ਵਰਤਦੇ ਹੈਗੇ ਆ, ਜਾਂ ਅਸੀਂ ਜਦੋਂ ਮਹਿਮਾਨ ਆਏ ਹੋਣ ਕੀ ਅਸੀਂ ਪਲਾਸਟਿਕ ਪਲੇਟਸ ਦੀ ਥਾਂ ਦੇ ਉੱਤੇ ਐਕਚੁਅਲ ਪਲੇਟਸ ਵਰਤਦੇ ਹੈਗੇ ਆ? ਕੀ ਅਸੀਂ ਜਦੋਂ ਬਾਹਰ ਜਾਂਦੇ ਹਾਂ ਤਾਂ ਅਸੀਂ ਰੀਯੂਜ਼ੇਬਲ ਪਲੇਟਾਂ ਲੈ ਕੇ ਜਾਂਦੇ ਹਾਂ? ਇਹ ਚੀਜ਼ਾਂ ਜਦੋਂ ਤੱਕ ਨਹੀਂ ਹੋਣਗੀਆਂ ਉਦੋਂ ਤੱਕ ਬਦਲ ਨਹੀਂ ਆਏਗਾ। ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ, ਰੀਟੇਲ ਸਟੋਰ ਵਾਲੇ ਕੋਸ਼ਿਸ਼ ਕਰ ਰਹੇ ਹੈਗੇ ਨੇ, ਸੋ ਸਾਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਅਮਰਾਜ ਸੰਧੂ ਦੇ ਨਾਲ ਮੈਂ ਅਰਸ਼ਦੀਪ ਬੱਟੂ, ਸਾਂਝਾ TV, ਸਰੀ, ਕੈਨੇਡਾ।